वो कहती भी मैं तेरी फाइल तैयार करने का 50,000 रुपया बतौर रिश्वत ਉਹ ਮੈਡਮ ਦਾ ਫੋਨ ਆਇਆ ਜਦੋਂ ਉਹਨਾਂ ਲਈ ਮੈਂ ਉਹਨਾਂ ਨਾਲ ਗੱਲ ਕਰਨ ਤੇ ਮੈਂ 45,000 ਚ ਸਾਡਾ ਵੀ ਗੱਲ ਪੱਕੀ ਹੋ ਗਈ। ਪੱਕੀ ਹੋਣ ਤੋਂ ਬਾਅਦ 25,000 ਰੁਪਇਆ ਕਿਸ਼ਤ ਮੈਂ ਪਹਿਲੀ ਅੱਜ ਦੇਣੀ ਸੀ। 25,000 रुपए ਜਿਹੜੇ ਕਰੰਸੀ ਨੰਬਰੀ ਨੋਟ ਸੀਗੇ ਉਹ ਬਤੌਰ ਰਿਸ਼ਵਤ ਹਾਸਲ ਕਰਕੇ ਆਪਦੇ ਪਰਸ ਪਾ ਲਏ। ਉਹ ਇਸ਼ਾਰਾ ਹੋਣ ਤੇ ਸਾਡੀ ਟੀਮ ਵੱਲੋਂ ਉਹਨੂੰ ਰੈੱਡ ਹੈਂਡਡ ਗ੍ਰਿਫਤਾਰ ਕੀਤਾ ਗਿਆ। ਪੰਜਾਬ ਸਰਕਾਰ ਅਤੇ ਸ਼੍ਰੀ ਵਰਿੰਦਰ ਕੁਮਾਰ ਜੀ IPS ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਸੁਣਵਾਈ ਮੁਹਿੰਮ ਤਹਿਤ ਸਾਨੂੰ ਵਿਜੀਲੈਂਸ ਬਿਊਰੋ ਫਾਜ਼ਿਲਕਾ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਕਿ ਜਦੋਂ ਕਿ ਇੱਕ ਮਨਰੇਗਾ ਸਕੀਮ ਤਹਿਤ ਜਿਹੜੀ ਟੈਕਨੀਕਲ ਅਸਿਸਟੈਂਟ ਹੈ ਸ਼ਵਰਸ਼ਾ ਰਾਣੀ ਇਸ ਨਾਂ ਦੀ ਔਰਤ ਨੇ ਔਰਤ ਨੂੰ ਅਸੀਂ 25,000 रुपए ਰਿਸ਼ਵਤ ਲੈਂਦੇ ਹੋਏ ਨੂੰ ਰੈੱਡ ਹੈਂਡਡ ਅਸੀਂ ਗ੍ਰਿਫਤਾਰ ਕੀਤਾ। ਇਹ ਜਿਹੜੀ ਗਵਰਨਮੈਂਟ ਵੱਲੋਂ ਇੱਕ ਸਕੀਮ ਲਾਗੂ ਕੀਤੀ ਗਈ ਹੈ ਵੀ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਉੱਥੇ ਵੱਖ-ਵੱਖ ਤਰ੍ਹਾਂ ਦੇ ਪੌਦੇ ਲਾ ਕੇ ਜੰਗਲ ਤਿਆਰ ਕੀਤੇ ਜਾ ਰਹੇ ਹੈ। ਉਹ ਜੰਗਲ ਨੂੰ ਜਿਹੜਾ ਮੀਆਂ ਵਾਕੀ ਨਾਂ ਦਾ ਜੰਗਲ ਨਾਂ ਦਿੱਤਾ ਗਿਆ, ਸਕੀਮ ਦਾ ਨਾਂ ਦਿੱਤਾ ਗਿਆ। ਇਸ ਸਕੀਮ ਤਹਿਤ ਜਿਹੜਾ ਠੇਕੇਦਾਰ ਹੈਗਾ ਉਹ ਆਪਦੇ ਕੋਲੋਂ ਸਾਰਾ ਖਰਚਾ ਕਰਕੇ ਉੱਥੇ ਜੰਗਲ ਤਿਆਰ ਕਰਦਾ ਹੈ ਤੇ ਬਾਅਦ ਵਿੱਚ ਉਸ ਦੇ ਜਿਹੜੇ ਬਿੱਲ ਗਵਰਨਮੈਂਟ ਵੱਲੋਂ ਪਾਸ ਹੁੰਦੇ ਆ। ਇਸੇ ਤਰ੍ਹਾਂ ਸੁਖਜਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਠੇਕੇਦਾਰ ਹੈ ਪਿੰਡ ਚੱਕਰੂੜਾਂ ਵਾਲਾ, ਇਹਨੇ ਆਪਦੇ ਪਿੰਡ ਦਾ ਠੇਕਾ ਲਿਆ ਸੀਗਾ। ਉੱਥੇ ਨੇ 1 ਏਕੜ ਜੰਗਲ ਤਿਆਰ ਕੀਤਾ। ਉਸ ਤੋਂ ਬਾਅਦ ਉਹਦੇ ਜਿਹੜੇ ਬਿੱਲ ਪਾਸ ਕਰਾਉਣ ਲਈ ਇਹ BDPO ਦਫ਼ਤਰ ਜਾ ਕੇ ਸੀਨੀਅਰ ਅਫਸਰਾਂ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਵੀ ਇਹਦੀ ਫਾਈਲ ਤਿਆਰ ਕਰਨੀ ਹੈ। ਸਵਰਸ਼ਾ ਰਾਣੀ ਜਿਹੜੀ ਹੈਗੀ ਆ ਟੈਕਨੀਕਲ ਅਸਿਸਟੈਂਟ JE ਲੱਗੀ ਉੱਥੇ ਜਲਾਲਾਬਾਦ। ਇਹਨੇ ਉਹਦੇ ਨਾਲ ਰਾਬਤਾ ਕੀਤਾ। ਉਹ ਕਹਿੰਦੀ ਵੀ ਮੈਂ ਤੇਰੀ ਫਾਈਲ ਤਿਆਰ ਕਰਨ ਦਾ 50,000 ਰੁਪਇਆ ਬਤੌਰ ਰਿਸ਼ਵਤ ਮੰਗੀ। ਉਸ ਤੋਂ ਬਾਅਦ ਇਹ ਪੈਸੇ ਨਹੀਂ ਦੇਣਾ ਚਾਹੁੰਦਾ ਸੀ। ਇਹਨੇ ਸਾਡੇ ਕੋਲੇ ਆ ਕੇ ਅੱਜ ਕੰਪਲੇਂਟ ਕੀਤੀ ਹੈ। ਇਹਦਾ ਬਿਆਨ ਅਸੀਂ ਲਿਖ ਕੇ ਮੁਕੱਦਮਾ ਦਰਜ ਕਰਾਉਣ ਲਈ ਫਿਰੋਜ਼ਪੁਰ ਵਿਜੀਲੈਂਸ ਬਿਊਰੋ ਦਫ਼ਤਰ ਉੱਥੇ ਫਿਰੋਜ਼ਪੁਰ ਭੇਜਿਆ। ਇਹਨੂੰ ਅਸੀਂ ਨਾਲ ਲੈ ਕੇ ਅੱਜ ਟਰੈਪ ਕਰਨ ਜਾ ਰਹੇ ਸੀ ਤੇ ਰਸਤੇ 'ਚ ਫੋਨ ਇਹਨੂੰ ਆਇਆ ਵੀ ਮੈਂ ਜਲਾਲਾਬਾਦ ਦਫ਼ਤਰ ਨਹੀਂ ਹੈਗੀ, ਮੈਂ ਆਪਦੇ ਪਿੰਡ ਚਿਰਾਗ ਢਾਣੀ ਚਲੇ ਗਈ ਹਾਂ ਤੇ ਤੂੰ ਪੈਸੇ ਇੱਥੇ ਦੇ ਜਾ। ਫਿਰ ਅਸੀਂ ਆਪਦੀ ਜਿਹੜੀ ਰੇਡ ਪਾਰਟੀ ਆ ਚਿਰਾਗ ਢਾਣੀ ਨੂੰ ਮੋੜ ਲਈ। ਜਦੋਂ ਪਿੰਡ ਕੋਲੇ ਗਏ ਤੇ ਉਹਨੇ ਦੁਬਾਰਾ ਉਹਦਾ ਫੋਨ ਆਇਆ ਇਹਨੂੰ ਵੀ ਮੈਂ ਬਾਹਰ ਜਿਹੜੀ ਟਕੇਰੀਆਂ ਰੋਡ ਦੇ ਉੱਤੇ ਇੱਕ ਨਹਿਰ ਦਾ ਪੁਲ ਹੈਗਾ, ਮੈਂ ਉਸ ਪੁਲ ਤੇ ਆ ਜਾਂਦੀ ਹਾਂ ਤੇ ਉੱਥੇ ਮੈਂ ਪੈਸੇ ਲੈ ਲੈਂਦੀ ਹਾਂ। ਇਹ ਆਪਣੀ ਕਾਰ ਲੈ ਕੇ ਸਮੇਤ ਸਾਡਾ ਜਿਹੜਾ ਸ਼ੈਡੋ ਗਵਾਹ ਹੈ ਸਰਕਾਰੀ ਉਹ ਉੱਥੇ ਚਲੇ ਗਿਆ। ਇਹਨੇ ਉੱਥੇ ਆਪਦੀ ਗੱਡੀ ਲਾ ਲਈ। ਉਹ ਜਦੋਂ ਆ ਕੇ ਤੇ ਉਹਨੇ ਕਾਰ 'ਚ ਬੈਠ ਕੇ ਤੇ ਇਹਦੇ ਤੋਂ ਸ਼ੈਡੋ ਗਵਾਹ ਦੀ ਹਾਜ਼ਰੀ ਵਿੱਚ 25,000 ਰੁਪਏ ਜਿਹੜੇ ਕਰੰਸੀ ਨੰਬਰੀ ਨੋਟ ਸੀਗੇ ਉਹ ਬਤੌਰ ਰਿਸ਼ਵਤ ਹਾਸਲ ਕਰਕੇ ਆਪਦੇ ਪਰਸ 'ਚ ਪਾ ਲਏ। ਉਹ ਇਸ਼ਾਰਾ ਹੋਣ ਤੇ ਸਾਡੀ ਟੀਮ ਵੱਲੋਂ ਉਹਨੂੰ ਰੈੱਡ ਹੈਂਡਡ ਗ੍ਰਿਫਤਾਰ ਕੀਤਾ ਗਿਆ ਤੇ 25,000 ਦੇ ਜਿਹੜੇ ਨੋਟ ਆ ਉਹ ਅਸੀਂ ਬਰਾਮਦ ਕੀਤੇ ਆ। ਇਹਦੇ ਖਿਲਾਫ ਜਿਹੜਾ ਅਸੀਂ ਮੁਕੱਦਮਾ ਨੰਬਰ 13 ਅਧੀਨ ਧਾਰਾ 7 PC ਐਕਟ ਅੱਜ ਦੀ ਤਰੀਕ 'ਚ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਦਰਜ ਰਜਿਸਟਰ ਕਰ ਲਿਆ। ਇਹਨੂੰ ਗ੍ਰਿਫਤਾਰ ਕਰ ਲਿਆ ਤੇ ਕੱਲ੍ਹ ਨੂੰ ਇਹਨੂੰ ਪੇਸ਼ ਕੀਤਾ ਜਾਊਗਾ। ਅਸੀਂ ਅਜੇ ਫਰਦਰ ਪੁੱਛਗਿੱਛ ਕਰ ਰਹੇ ਹਾਂ। ਇਹਦਾ ਅਸੀਂ ਰਿਮਾਂਡ ਲਵਾਂਗੇ, ਇਹਨੂੰ ਪੁੱਛਗਿੱਛ ਕਰਾਂਗੇ ਵੀ ਇਹ ਜਿਹੜੀ ਰਿਸ਼ਵਤ ਹੈ ਇਹ ਇਕੱਲੀ ਲੈ ਰਹੀ ਹੈ ਜਾਂ ਅੱਗੇ ਵੀ ਕਿਸੇ ਨੂੰ ਦੇ ਰਹੀ ਹੈ। ਇਹ ਨਾ ਇਦਾਂ ਸੀਗਾ ਸਰ ਵੀ ਪਿੰਡਾਂ ਦੇ ਵਿੱਚ ਨਾ ਨਰੇਗਾ ਸਕੀਮ ਅਧੀਨ ਪਿੰਡਾਂ ਦੇ ਵਿੱਚ ਦਰਖਤ ਲੱਗਦੇ ਸੀਗੇ ਪੌਦੇ, ਜਿਸ ਨੂੰ ਨਾਮ ਦਿੱਤਾ ਗਿਆ ਸੀ ਮੀਆਂ ਵਾਕੀ ਜੰਗਲ ਜੀ। ਤੇ ਉਹ ADC ਸਾਹਿਬ ਵੱਲੋਂ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਦੇ ਵਿੱਚ ਪਾਸ ਕੀਤੇ ਜਾਂਦੇ ਆ ਤੇ ਉਹ ਪਾਸ ਹੋਣ ਉਪਰੰਤ ਵੀ ਉਹਦਾ ਕਿਸੇ ਨੂੰ ਠੇਕਾ ਦਿੱਤਾ ਜਾਂਦਾ ਜਾਂ ਕੰਮ ਕਰਵਾਉਣ ਵਾਸਤੇ ਕਿਸੇ ਵੀ ਬੰਦੇ ਦੀ ਡਿਊਟੀ ਜਾਂ ਕੋਈ ਵੀ ਕਰ ਸਕਦਾ ਉਹ ਕੰਮ, ਠੀਕ ਆ। ਉਹਦੀ ਜੋ ਇਨਵੈਸਟਮੈਂਟ ਪੈਸਾ ਹੁੰਦਾ, ਜੋ ਉਹਦੇ ਤੇ ਖਰਚ ਹੋਣਾ ਹੁੰਦਾ, ਉਹ ਜੋ ਵੀ ਠੇਕੇਦਾਰ ਕੰਮ ਕਰਨ ਵਾਲਾ ਪਹਿਲਾਂ ਆਪਦੇ ਕੋਲੋਂ ਖਰਚ ਕਰਤਾ। ਉਸ ਤੋਂ ਬਾਅਦ ਉਹਦੇ ਬਿੱਲ ਪਾਸ ਹੋਣ ਵਾਸਤੇ ਇਹਨਾਂ ਦੇ ਮਨਰੇਗਾ ਦੇ ਸੀਨੀਅਰ ਅਧਿਕਾਰੀਆਂ ਕੋਲੇ ਜਾਂਦੇ ਆ। ਉਸ ਤੋਂ ਬਾਅਦ ADC ਸਾਹਿਬ ਤੋਂ ਬਾਅਦ ਚੰਡੀਗੜ੍ਹੋਂ ਫਾਈਲ ਪਾਸ ਹੋ ਕੇ ਉਸਦੀ ਪੇਮੈਂਟ 6 ਮਹੀਨੇ 4 ਮਹੀਨੇ 8 ਮਹੀਨੇ ਸਾਲ ਵੀ ਲੱਗ ਜਾਂਦਾ ਜੀ ਪੇਮੈਂਟ ਆਉਣ ਤੇ, ਠੀਕ ਹੈ ਜੀ। ਮੈਂ ਜਦੋਂ ਆਪਦੇ ਪਿੰਡ ਚੱਕ ਰੋੜਾਂ ਵਾਲਾ ਸਤੰਬੂ ਵਾਲਾ ਮੀਆਂਵਾਤੀ ਜੰਗਲ ਤਿਆਰ ਕੀਤਾ, ਤਿਆਰ ਹੋਣ ਤੇ
ਮੈਂ ਇਹਨਾਂ ਦੇ ਮਨਰੇਗਾ ਸੀਨੀਅਰ ਅਧਿਕਾਰੀ ਕੋਲੇ ਗਿਆ ਵੀ ਸਰ ਜਿਹੜਾ ਕੰਮ ਸੀ ਉਹ ਮੇਰਾ ਕੰਪਲੀਟ ਹੋ ਗਿਆ ਤੇ ਉਹਦੇ ਆਪਾਂ ਬਿੱਲ ਵਗੈਰਾ ਫਾਈਲ ਤਿਆਰ ਕਰ ਦਿਓ ਮੇਰੀ। ਉਹਨਾਂ ਨੇ ਕਿਹਾ ਵੀ ਤੁਸੀਂ ਇਦਾਂ ਕਰੋ, ਇੱਕ ਸ਼ਵਰਸ਼ਾ ਮੈਡਮ ਟੀਏ ਹੈਗੀ ਆ, ਜਈ ਜੀ ਨੂੰ ਬੋਲਦੇ ਆ, ਵੀ ਉਹਨਾਂ ਦੀ ਮੈਂ ਡਿਊਟੀ ਲਾ ਦਿੰਨਾ ਤੇ ਉਹਨਾਂ ਦੀ ਡਿਊਟੀ ਲੱਗੀ ਹੈਗੀ ਆ, ਉਹ ਕੰਮ ਕਰਨਗੇ ਤੁਹਾਡਾ। ਮੈਂ ਮੈਡਮ ਨਾਲ ਗੱਲ ਕੀਤੀ, ਮੈਡਮ ਆਪਣੇ ਪਿੰਡ ਗਏ ਜਿੱਥੇ ਕੰਮ ਕੀਤਾ ਸੀ, ਉੱਥੇ ਉਹਨਾਂ ਨੇ ਜੋ ਵੀ ਦੇਖਣਾ ਸੀ, ਫੀਤਾ ਮਾਰਨਾ ਸੀ, ਉਹਦੀ ਮਿਹਨਤੀ ਵਗੈਰਾ ਕਰਕੇ ਤੇ ਮੇਰੇ ਕੋਲੇ ਆਏ। ਮੈਨੂੰ ਕਹਿੰਦੇ ਮਿਹਨਤੀ ਹੋ ਗਈ ਤੁਹਾਡੀ। ਮੈਂ ਕਿਹਾ ਮੈਡਮ ਜੀ ਅੱਗੇ ਫਾਈਲ ਤਿਆਰ ਕਰ ਦਿਓ ਜੇ ਮਿਹਨਤੀ ਹੋ ਗਈ ਤਾਂ। ਮੈਨੂੰ ਕਹਿੰਦੇ ਨਹੀਂ ਤੁਸੀਂ ਕੱਲ ਨੂੰ ਮੇਰੇ ਦਫ਼ਤਰ ਮਿਲੋ ਆ ਕੇ। ਮੈਂ ਅਗਲੇ ਦਿਨ ਉਹਦੇ ਦਫ਼ਤਰ ਜਦੋਂ ਮਿਲਣ ਲਈ ਗਿਆ, ਉਸਨੇ ਮੇਰੇ ਤੋਂ ਫਾਈਲ ਤਿਆਰ ਕਰਨ ਲਈ 50,000 ਰੁਪਏ ਦੀ ਮੰਗ ਕੀਤੀ, ਜੋ ਕਿ ਮੈਂ 50,000 ਰੁਪਇਆ ਰਿਸ਼ਵਤ ਦੇਣਾ ਨਹੀਂ ਚਾਹੁੰਦਾ ਸੀ, ਕਿਉਂਕਿ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਵੱਲੋਂ, ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਤਾਂ ਆਪਾਂ ਖਤਮ ਕਰਨਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਿਰਫ ਇਸੇ ਲਈ ਹੈ, ਤਾਂ ਕਰਕੇ ਮੈਂ ਸੋਚਿਆ ਵੀ ਰਿਸ਼ਵਤ ਤਾਂ ਦੇਣੀ ਨਹੀਂ, ਉਹਦਾ ਤਾਂ ਜੇ ਮੈਂ ਰਿਸ਼ਵਤ ਦੇਵਾਂਗਾ ਮੈਂ ਗੁਨਾਹਗਾਰ ਹੋਊਂਗਾ। ਇਸ ਲਈ ਮੈਂ ਆ ਕੇ ਵਿਜੀਲੈਂਸ ਡਿਪਾਰਟਮੈਂਟ ਫਾਈਲ ਕਾ ਕੰਪਲੀਟ ਕੀਤੀ। ਉਹਨਾਂ ਨੂੰ ਕੰਪਲੀਟ ਕਰਨ ਤੋਂ ਬਾਅਦ ਮੈਂ ਉਹ ਮੈਡਮ ਦਾ ਫੋਨ ਆਇਆ ਜਦੋਂ, ਉਹਨਾਂ ਲਈ ਮੈਂ ਉਹਨਾਂ ਨਾਲ ਗੱਲ ਕਰਨ ਤੇ ਮੈਂ 45,000 ਚ ਸਾਡਾ ਵੀ ਗੱਲ ਪੱਕੀ ਹੋ ਗਈ। ਪੱਕੀ ਹੋਣ ਤੋਂ ਬਾਅਦ 25,000 ਰੁਪਇਆ ਕਿਸ਼ਤ ਮੈਂ ਪਹਿਲੀ ਅੱਜ ਦੇਣੀ ਸੀ। ਜਦੋਂ 25,000 ਕਿਸ਼ਤ ਦੇਣ ਵਾਸਤੇ ਮੈਂ ਉਹਨਾਂ ਨੂੰ ਫੋਨ ਕੀਤਾ, ਫੋਨ ਤੇ ਉਹਨਾਂ ਨਾਲ ਮੇਰੀ ਗੱਲ ਹੋਈ। ਮੈਂ ਜਲਾਲਾਬਾਦ ਹੀ ਜਾ ਰਿਹਾ ਸੀ ਪੈਸੇ ਦੇਣ ਲਈ, ਨਾਲ ਵਿਜੀਲੈਂਸ ਡਿਪਾਰਟਮੈਂਟ ਟੀਮ, ਡਿਪਟੀ ਸਾਹਿਬ ਨਾਲ ਇਹਨਾਂ ਦੇ ਜੋ ਅਧਿਕਾਰੀ ਸੀਨੀਅਰ ਵਗੈਰਾ ਸਾਰੇ ਨਾਲ ਸੀ। ਉਸ ਤੋਂ ਬਾਅਦ ਮੈਡਮ ਦਾ ਜਿਹੜੀ ਸ਼ਵਰਸ਼ਾ ਰਾਣੀ ਆ ਉਹਦੀ ਕਾਲ ਆਉਂਦੀ ਹੈ ਮੈਨੂੰ ਕਹਿੰਦੇ ਵੀ ਮੈਂ ਦਫ਼ਤਰ ਨਹੀਂ ਗਈ, ਤੁਸੀਂ ਮੇਰੇ ਪਿੰਡ ਆ ਜਾਓ ਚਿਰਾਗ ਢਾਣੀ। ਅਸੀਂ ਚਿਰਾਗ ਢਾਣੀ ਲਈ ਚੱਲ ਪਏ। ਜੋ ਚਿਰਾਗ ਢਾਣੀ ਨਜ਼ਦੀਕ ਪਹੁੰਚੇ, ਮੈਡਮ ਦੀ ਕਾਲ ਆਈ ਤੁਸੀਂ ਮੇਰੇ ਪਿੰਡ ਨਾ ਆਏ ਜੋ, ਤੁਸੀਂ ਨਜ਼ਦੀਕ ਇੱਕ ਪੁਲ ਹੈਗਾ ਨਕੀਰੀਆਂ ਰੋਡ ਤੇ, ਉੱਥੇ ਰੁਕ ਜਾਓ। ਮੈਂ ਨਕੀਰੀਆਂ ਰੋਡ ਤੇ ਆਪਦੀ ਗੱਡੀ ਰੋਕ ਲਈ ਪੁਲ ਕੋਲੇ ਗੱਡੀ ਰੋਕਣ ਤੋਂ ਬਾਅਦ ਜਦੋਂ ਮੈਡਮ ਆਏ ਉਹ ਮੇਰੇ ਨਾਲ ਗੱਡੀ ਤੇ ਬੈਠ ਗਏ। ਗੱਡੀ ਤੇ ਬੈਠ ਕੇ ਉਹਨਾਂ ਨੇ 25,000 ਰੁਪਇਆ ਲੈ ਕੇ ਪਰਸ ਦੇ ਵਿੱਚ ਪਾ ਲਿਆ। ਉਸ ਤੋਂ ਬਾਅਦ ਜੋ ਇਹਨਾਂ ਦੇ ਇੱਕ ਸਰਕਾਰੀ ਗਵਾਹ ਸੀ, ਉਹਨਾਂ ਨੇ ਮੌਕੇ ਤੇ ਨਾਲ ਸੀ, ਉਹਨਾਂ ਨੇ ਇਸ਼ਾਰਾ ਕੀਤਾ ਵਿਜੀਲੈਂਸ ਡਿਪਾਰਟਮੈਂਟ ਨੂੰ, ਉਹਨਾਂ ਨੇ ਰੰਗੇ ਹੱਥੀ ਕਾਬੂ ਕੀਤਾ। ਤੁਹਾਡੇ ਬਿੱਲ ਕਿੰਨੇ ਸੀਗੇ, ਕਿੰਨੇ ਪੈਂਡਿੰਗ ਬਿੱਲ ਸੀਗੇ, ਜਿਹੜੀ ਲਾਗਤ ਆ ਚੁੱਕੀ ਸੀਗੀ, ਕਿੰਨੇ ਬਿੱਲਾਂ ਦੀ ਸੀਗੀ ਜੀ, ਕਿੰਨੇ ਲੱਖ ਦੇ ਸੀਗੇ ਜੀ? ਉਹ ਜੋ ਪ੍ਰੋਜੈਕਟ ਸੀਗਾ ਜੀ 7,15,000 ਰੁਪਏ ਦਾ ਮਟੀਰੀਅਲ ਕਾਸਟ ਸੀ ਉਹਦੀ ਜੀ, ਤੇ 7,08,100 ਦੇ ਬਿੱਲ ਸੀਗੇ।